ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੁਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੂਲ ਚਰਨ ਮਮ ਬੰਦਨਾ। ਧਰ ਕਰ ਮਾਥ, ਗੁਰੂ ਨਾਨਕ ਸੁਖ ਸਿੰਧ ਕੋ। ਹਾਥ ਜੋਰ ਪ੍ਰਣਾਮ, ਜਿਸ ਕਰਣ ਤੇ ਵੜ ਅਗੀ। ਪਾਵ ਹੈ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਪਵਨ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਪਵਨ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰਹੁ ਵਿਚਾਰਾ। ਇਹੋ ਤਉ ਚਲਤ ਭਇਆ, ਰਹਾਉ। ਅਗਲੀ ਕੇਸ਼ ਖਬਰ ਨ ਪਾਈ, ਰੋਵਨ ਹਾਰ ਭੇ ਊਠ ਸਿਧਾਈ। ਭਰਮ ਮੋਹ ਕੇ ਬੰਧੇ ਬੰਧ, ਸੁਪਨ ਭਇਆ ਪਖਲਾਏ ਅੰਧ। ਇਹੋ ਤਉ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਨਾਹ ਕੋ ਮੂਆ ਨਾ ਮਰਨ ਜੋਗ,
बिनसै अविनाशी होग। जो इहो जानहो सो इहो नाहे। जानन हारे कौ बल जाओ। कहो नानक गुर भरम चुकाया। ना कोई मरै ना आवे जाया। जो इहो जानहो सो इहो नाहे। जानन हारे कौ बल जाओ। कहो नानक गुर भरम चुकाया। ना कोई मरै ना आवे जाया। वाहिगुरु जी का खालसा वाहिगुरु जी की फतेह। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਸਥਾਨ ਦੀ ਹਾਜ਼ਰੀ ਭਰ ਰਹੇ ਹੋ। ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਸੰਪੂਰਨ ਕੀਰਤਨ ਹਰਜਸ ਔਰ ਲੜੀਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਪਵਿੱਤਰ ਸਥਾਨ ਦੀ ਹਾਜ਼ਰੀ ਭਰ ਰਹੇ ਹੋ। ਅੱਜ ਦਾ ਜੋ ਸ਼ਬਦ ਹੈ ਰਾਮਕਲੀ ਰਾਗ ਵਿੱਚ ਬਾਣੀ 884 ਔਰ 85 ਅੰਗ ਤੇ ਜਾਰੀ ਹੈ। ਇਹਦੇ ਵਿੱਚ ਜਿਸ ਤਰ੍ਹਾਂ ਕੋਈ ਵਿਅਕਤੀ ਸਰੀਰ ਤਿਆਗ ਜਾਂਦਾ ਹੈ, ਉਹਦੇ ਜੋ ਸਨੇਹੀ ਹਨ, ਪਿਆਰ ਵਾਲੇ, ਉਹ ਕਾਫੀ ਰੁਦਨ ਕਰਦੇ ਹਨ। ਕਿਉਂਕਿ ਬਾਲੇ ਵੈ ਕਾਰਨ ਸਭ ਜਗ ਰੋਵੈ। ਆਪੋ ਆਪਣੇ ਸਵਾਰਥਾਂ ਵਾਸਤੇ ਸੰਸਾਰ ਰੋ ਰਿਹਾ ਹੈ। ਬਾਕੀ ਸੰਸਾਰ ਦੇ ਉੱਤੇ ਇਹ ਜੰਮਣ ਮਰਨ ਦੀ ਕਿਰਿਆ ਰੋਜ਼ਾਨਾ ਚੱਲਦੀ ਰਹਿੰਦੀ ਹੈ। ਜਿੱਥੇ ਕਿਸੇ ਦਾ ਕੋਈ ਲਿੰਕ ਹੈ, ਜੋੜ ਮੇਲ ਹੈ, ਉਹਦੇ ਵਾਸਤੇ ਇਹ ਰੋਂਦਾ ਹੈ। ਕਈ ਵਾਰੀ ਜਿਹਦੇ ਨਾਲ ਆਪਣਾ ਵਿਰੋਧ ਹੈ ਉਹ ਮਰ ਜਾਵੇ ਤੇ ਖੁਸ਼ ਹੁੰਦਾ ਹੈ ਕਿ ਸਾਡਾ ਬੈਰੀ ਸੀ, ਬੜਾ ਚੰਗਾ ਹੋਇਆ ਹੈ, ਮਰ ਗਿਆ। ਔਰ ਜਿੱਥੇ ਕੋਈ ਸੰਬੰਧ ਹੈ, ਪੁੱਤਰ ਭਾਈ ਭਾਤੀ ਜੀ ਰੋਵੈ, ਕੁਝ ਨੇ ਰਿਸ਼ਤੇਦਾਰ ਆ ਉਹ ਰੋਂਦੇ ਆ। ਸੋ ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਜਿਹੜਾ ਰੋਣਾ ਇਹ ਵਿਅਰਥ ਹੈ, ਕਿਉਂਕਿ ਮਰਨਹਾਰ ਇਹ ਜੀਰਾ ਨਹੀਂ। ਇਹ ਜੀਵ ਜਿਹੜੀ ਚੇਤਨ ਸ਼ਕਤੀ ਹੈ ਇਹ ਤਾਂ ਮਰਦੀ ਨਹੀਂ। ਜੀਵ ਭੂਤ ਸਨਾਤਨਾ ਕਿਹਾ, ਕੋ ਕਬੀਰੇ ਰਾਮ ਕੀ ਅੰਸ।
ਜਸ ਕਾਗਦ ਪਰ ਮਿਟੈ ਨ ਮਾਸ। ਜਿਵੇਂ ਕਾਗਜ਼ 'ਤੇ ਸਿਆਹੀ ਡਿੱਗਦੀ ਹੈ, ਆਪਣਾ ਪ੍ਰਭਾਵ ਛੱਡ ਜਾਂਦੀ ਹੈ। ਇਹ ਜੀਵ ਜਿਹੜਾ ਹੈ ਪਰਮਾਤਮਾ ਦੀ ਅੰਸ਼ ਹੈ, ਮਰਦਾ ਨਹੀਂ। ਤੱਤ ਵੀ ਖਤਮ ਨਹੀਂ ਹੁੰਦੇ। ਤੱਤ ਜਿਹੜੇ ਹੈ, ਆਕਾਸ਼ ਹੈ, ਵਾਯੂ ਹੈ, ਅਗਨੀ ਹੈ, ਜਲ ਹੈ, ਇਹ ਤੱਤ ਹੈ। ਕਿਉਂਕਿ ਈਸ਼ਵਰ ਦੀ ਜਿਹੜੀ ਸ੍ਰਿਸ਼ਟੀ, ਜਿਵੇਂ ਪੁਰਾਣਾਂ ਦੇ ਵਿੱਚ ਕਥਾ ਵਗੈਰਾ ਆਉਂਦੀਆਂ ਹਨ ਕਿ ਵਿਸ਼ਨੂੰ ਦੀ ਨਾਭੀ ਜੋ ਕਵਲ ਪੈਦਾ ਹੋਇਆ, ਬ੍ਰਹਮਾ ਹੋਇਆ, ਫਿਰ ਇਸ ਤਰ੍ਹਾਂ ਇਹ 3 ਗੁਣ ਪੈਦਾ ਹੋਏ, 5 ਤੱਤ। ਇਹ ਪ੍ਰਕਿਰਤੀ 84 ਲੱਖ ਜੂਨਾਂ ਦੀ ਜਿਹੜੀ ਰਚਨਾ ਇਸ ਤਰ੍ਹਾਂ ਹੋਈ ਹੈ। ਕਾਫੀ ਢੰਗਾਂ ਵਿੱਚ ਇਹ ਪ੍ਰਸੰਗ ਲਿਖੇ ਹੋਏ ਮਿਲਦੇ ਹਨ, ਜੁਦੇ ਜੁਦੇ ਢੰਗਾਂ ਦੇ ਉਹ ਸਾਰੇ ਲਿਖੇ ਹੈ। ਜਿਹੜੇ ਨਾਸਤਕ 4 ਵਾਕੀਏ ਆ, ਉਹ ਤਾਂ ਇਹ ਕਹਿੰਦੇ ਵੀ 5 ਤੱਤ ਹੈ, 6ਵਾਂ ਮਾਨਿਆ। ਜਿਵੇਂ ਅੰਨ ਤੋਂ ਅੰਨ ਪੈਦਾ ਹੋ ਰਿਹਾ, ਘਾਹ ਤੋਂ ਘਾਹ, ਇਸ ਤਰ੍ਹਾਂ ਇੱਕ ਦੁਆ ਇੱਕ ਤੋਂ ਦੇ ਸੰਬੰਧ ਤੋਂ ਇਹ ਸ੍ਰਿਸ਼ਟੀ ਚਲੀ ਆ ਰਹੀ ਹੈ। ਕੋਈ ਤੱਤਾਂ ਤੋਂ, ਕੋਈ ਪੁਰਖ ਤੋਂ, ਕੋਈ ਪ੍ਰਕਿਰਤੀ ਤੋਂ। ਇਸ ਤਰ੍ਹਾਂ ਦੇ ਜੁਦੇ ਜੁਦੇ ਵਿਚਾਰ ਜਿਹੜੇ ਹੈ ਉਹ ਪੁਰਾਣਾਂ ਵਿੱਚ ਮਿਲਦੇ ਆ। ਅਤੇ ਗੁਰੂ ਮਹਾਰਾਜ ਨੇ ਤਾਂ ਸਪਸ਼ਟ ਹੀ ਕੀਤਾ, ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਤੂੰ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਕਿ ਮੈਂ ਪਿੱਛੇ ਨਾ ਰਹਿ ਜਾਵਾਂ, ਇੱਕ ਦੂਆ ਇੱਕ ਦੂਏ ਤੋਂ ਸਿਆਣਾ ਹੋ ਕੇ ਆਪਣੀਆਂ ਦਲੀਲਾਂ ਦੇਈ ਜਾਂਦਾ ਹੈ। ਜਦੋਂ ਇਸਨੇ ਸ੍ਰਿਸ਼ਟੀ ਸਾਜੀ, ਉਹਦਾ ਸ਼ਰੀਕ ਤੇ ਕੋਈ ਹੈ ਨਾ ਸੀ, ਜਿਹਨੇ ਦੇਖਿਆ ਹੋਵੇ ਵੀ ਕਿਸ ਤਰ੍ਹਾਂ ਹੋਇਆ ਹੈ। ਅਤੇ ਇਸੇ ਤਰ੍ਹਾਂ 10 ਗੁਰੂ ਜੀ ਨੇ ਬਚਨ ਕੀਤੇ ਹਨ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਿ ਵਿਦ ਸਜਾ ਪ੍ਰਥਮ ਸੰਸਾਰਾ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਜਿੰਨੀ ਕਿ ਇਹਨੂੰ ਬੁੱਧੀ ਦਿੱਤੀ ਹੈ, ਉਹਦੇ ਮੁਤਾਬਕ ਉਹ ਕਿਆਸ ਰਾਈਆਂ ਕਰ ਰਿਹਾ, ਅਕਲ ਦੇ ਘੋੜੇ ਦੜਾ ਰਿਹਾ ਹੈ। ਵਾਸਤਵ ਵਿੱਚ ਤਾਂ ਪਰਮਾਤਮਾ ਆਪੇ ਹੀ ਜਾਣਦਾ, ਜਿਹਨੇ ਰਚਨਾ ਰਚਾਈ ਹੈ। ਇਸ ਵਾਸਤੇ ਜਦੋਂ ਕੋਈ ਇਨਸਾਨ ਜੰਮਦਾ ਹੈ, ਖੁਸ਼ੀ ਹੁੰਦੀ ਹੈ, ਭਾਜੀਆਂ ਵੰਡੀਆਂ ਜਾਂਦੀਆਂ। ਮਰਨ ਸਮੇਂ ਸੋਗ ਹੁੰਦਾ ਹੈ। ਆਮ ਰਾਗੀ ਸਿੰਘ ਵੀ ਜਦੋਂ ਕਿਸੇ ਮ੍ਰਿਤਕ ਪ੍ਰਾਣੀ ਦੇ ਸਮਾਗਮ 'ਤੇ ਜਾਂਦੇ ਹਨ, ਇਹ ਸ਼ਬਦ ਵੀ ਪੜ੍ਹਦੇ ਆ। ਹੋਰ ਵੀ ਉਸ ਸਮੇਂ ਦੇ ਢੁਕਵੇਂ ਸ਼ਬਦ ਹੈਗੇ ਆ। ਅਤੇ ਜਿਹੜੇ ਵਿਚਾਰਵਾਨ ਪੁਰਸ਼ ਹਨ, ਉਹ ਫਿਰ ਆਵਤ ਹਰਖ ਨ ਜਾਵਤ ਦੁਖਾ, ਨਹਿ ਵਿਆਪੈ ਮਨ ਰੋਗਨੀ। ਆਈ ਚੀਜ਼ 'ਤੇ ਬਹੁਤਾ ਖੁਸ਼ ਨਹੀਂ ਹੁੰਦੇ, ਗਈ 'ਤੇ ਕੋਈ ਗਮ ਨਹੀਂ ਕਰਦੇ। ਇਸ ਤਰ੍ਹਾਂ ਦਾ ਹਰਖ ਸ਼ੋਗ ਰੂਪੀ ਰੋਗ ਉਹਨਾਂ ਗਿਆਨਵਾਨ ਪੁਰਸ਼ਾਂ ਨੂੰ ਨਹੀਂ ਵਿਆਪਦਾ। ਬਾਕੀ ਜਿੰਨੇ ਸੰਸਾਰੀ ਜੀਵ ਹੈ, ਉਹਨਾਂ ਉੱਤੇ ਹਰਖ ਸ਼ੋਕ ਦਾ ਪ੍ਰਭਾਵ ਹੈਗਾ। ਪਰੰਤੂ ਉਸ ਵੇਲੇ
ਜਦੋਂ ਕੋਈ ਐਸੀ ਘਟਨਾ ਹੁੰਦੀ ਹੈ, ਕੋਈ ਮਰ ਜਾਂਦਾ ਹੈ, ਸਿਆਣੇ ਪੁਰਸ਼ ਉਹਦੇ ਮਨ ਨੂੰ ਢਾਰਸ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਗੁਰਬਾਣੀ ਦੁਆਰਾ ਕੀਰਤਨ ਜਾਂ ਵਿਚਾਰ ਦੇ ਕੇ ਸਮਝਾਉਂਦੇ ਹਨ ਕਿ ਭਾਈ ਬਾਣੀ ਐਸੀ ਸਿੱਖਿਆ ਦੇ ਰਹੀ ਹੈ, ਰੋਣੇ ਨਾਲ ਮਰਿਆ ਹੋਇਆ ਪ੍ਰਾਣੀ ਵਾਪਸ ਤੇ ਆਉਣਾ ਨਹੀਂ। ਰੋ ਰੋ ਕੇ ਔਰ ਇਸ ਤਰ੍ਹਾਂ ਪਿੱਟ ਪਿਟਾਈ ਕਰਕੇ ਕੋਈ ਰੋਗ ਹੀ ਲਾਇਆ ਜਾਏਗਾ। ਉਹ ਫਿਰ ਵਿਚਾਰ ਦਿੰਦੇ ਆ, ਉਹਦੇ ਨਾਲ ਧੀਰਜ ਆਉਂਦੀ ਹੈ, ਮਨ ਖੁੱਲ੍ਹ ਜਾਂਦਾ ਹੈ। ਖਾਸ ਕਰਕੇ ਜਿਵੇਂ ਕਿਸੇ ਨੌਜਵਾਨ ਇਸਤਰੀ ਦਾ ਪਤੀ ਦੇਵ ਜਾਂ ਕਿਸੇ ਦਾ ਨੌਜਵਾਨ ਪੁੱਤਰ ਮਰ ਜਾਏ, ਉਸ ਵੇਲੇ ਜ਼ਿਆਦਾ ਪ੍ਰਭਾਵ ਹੁੰਦਾ ਹੈ। ਬਾਣੀ ਔਰ ਇਹ ਉਪਦੇਸ਼ ਐਸਾ ਹੈ, ਉਸ ਵੇਲੇ ਟੁੱਟੇ ਹੋਏ ਮਨ ਨੂੰ ਗੰਢਣ ਦੀ ਇਹ ਬਹੁਤ ਵਧੀਆ ਸਿੱਖਿਆ ਜਿਹੜੀ ਬਾਣੀ ਦੀ, ਇਹ ਮਨ ਨੂੰ ਕਾਇਮ ਕਰਦੀ ਹੈ। ਸੋ ਅੱਜ ਦਾ ਜੋ ਸ਼ਬਦ, ਇਹਦੇ ਅੰਦਰ ਐਸੀ ਵਿਚਾਰਧਾਰਾ ਗੁਰੂ ਮਹਾਰਾਜ ਨੇ ਦਰਸਾਈ ਹੈ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ, ਪੰਜਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ 'ਤੇ ਸਿੱਖਿਆ ਦਿੰਦੇ ਆ ਕਿ ਸੰਸਾਰ ਵਿੱਚ ਰਹਿੰਦਿਆਂ ਜਨਮ ਵੀ ਹੈ, ਮੌਤ ਵੀ ਹੈ, ਹਰਖ ਸ਼ੋਕ ਵੀ ਹੈ, ਭੁੱਖ ਪਿਆਸ ਮਾਨ ਅਪਮਾਨ ਵੀ ਹੈ। ਪਰ ਜੇ ਤੁਸੀਂ ਬਾਣੀ ਦਾ ਚਿੰਤਨ ਕਰੋਗੇ, ਦਾ ਸਹਾਰਾ ਲਓਗੇ, ਮਨ ਫਿਰ ਡੋਲੇਗਾ ਨਹੀਂ, ਕਾਇਮ ਰਹੇਗਾ। ਕਿਉਂਕਿ ਪੰਜਵੇਂ ਪਾਤਸ਼ਾਹ ਵੇਲੇ ਵੀ ਬਹੁਤ ਪ੍ਰੇਮੀ ਉਹਨਾਂ ਕੋਲ ਆਉਂਦੇ ਜਾਂਦੇ ਰਹੇ ਆ। ਸੰਗੀਆਂ ਦੇ ਵਿੱਚ ਵੀ ਐਸੀਆਂ ਘਟਨਾ ਤਾਂ ਹੁੰਦੀਆਂ ਰਹਿੰਦੀਆਂ। ਇਹ ਨਹੀਂ ਕਿ ਮਰਨਾ ਜਿਹੜਾ ਕੋਈ ਸੰਗੀਆਂ ਦਾ ਹੀ ਹੈ, ਪਰ ਮੌਤ ਦਾ ਫਰਕ ਹੈ। ਮਨਮੁਖ ਆਪਣਾ ਜਨਮ ਵਿਗਾੜ ਕੇ ਜਾਂਦੇ ਆ, ਗੁਰਮੁਖ ਆਪਣਾ ਜਨਮ ਸਵਾਰ ਕੇ ਜਾਂਦੇ ਆ। ਸੋ ਇਸ ਵਾਸਤੇ ਫਿਰ ਵੀ ਪਰਿਵਾਰਾਂ ਦੇ ਅੰਦਰ ਸ਼ੋਕ ਵਾਲਾ ਵਾਤਾਵਰਨ ਕਈ ਵਾਰੀ ਬਣ ਜਾਂਦਾ ਹੈ। ਤੇ ਗੁਰੂ ਮਹਾਰਾਜ ਨੇ ਤੇ ਹੁਕਮ ਕੀਤਾ ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਔਰ ਕਿਹਾ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਕਿ ਅਸੀਂ ਵੀ ਜਾਈਏ, ਸਾਡੇ ਪਿੱਛੇ ਰੋਣਾ ਨਹੀਂ, ਉਹ ਸਾਨੂੰ ਮੂਲ ਕਦਾਚਿਤ ਪਾਏਗਾ ਨਹੀਂ, ਚੰਗਾ ਨਹੀਂ ਲੱਗੇਗਾ। ਕਿਉਂਕਿ ਜਦੋਂ ਹੁਕਮ ਵਿੱਚ ਹੀ ਆ ਤੇ ਫਿਰ ਉਹਦਾ ਇਤਰਾਜ਼ ਕਿਵੇਂ ਕੀਤਾ ਜਾ ਸਕਦਾ। ਭਾਣੇ ਵਿੱਚ ਜੀਵ ਆਇਆ, ਹੁਕਮ ਵਿੱਚ ਰਿਹਾ, ਹੁਕਮ ਵਿੱਚ ਤੁਰ ਗਿਆ। ਜਿਹੜਾ ਗੁਰ ਸਿੱਖਿਆ ਉਹ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਉਹ ਫਿਰ ਹਰਖ ਸ਼ੋਕ ਨਹੀਂ ਕਰਦਾ। ਤੇ ਜਿਹੜੀ ਆਮ ਸ੍ਰਿਸ਼ਟੀ ਹੈ ਉਹਨਾਂ ਦੇ ਅੰਦਰ ਤੇ ਐਸਾ ਪ੍ਰਭਾਵ ਰੋਜ਼ਾਨਾ ਦੇਖਣ ਨੂੰ ਮਿਲਦਾ ਹੀ ਹੈ। ਸੋ ਪੰਜਵੇਂ ਸਤਿਗੁਰੂ ਜੀ ਸਾਨੂੰ
ਬੜੀ ਸੁੰਦਰ ਸਿੱਖਿਆ ਦੁਆਰਾ ਸਮਝਾ ਰਹੇ ਹਨ। ਸੁਣੀਏ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼। ਪਵਨ ਮਹਿ ਪਵਨ ਸਮਾਇਆ। ਸਾਡੇ ਸਰੀਰ ਦੇ ਅੰਦਰ ਇਹ ਸਵਾਸ ਰੂਪੀ ਪੌਣ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪੂਰਨ ਬਜਾਇਆ। ਬਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ। 10ਵਾਂ ਗੁਪਤ ਰਖਾਇਆ। ਇਹ ਹਵਾ ਦੀ ਗੰਢ ਦਿੱਤੀ ਹੈ। ਜਦੋਂ ਖੁੱਲ੍ਹ ਜਾਂਦੀ ਹੈ ਮਰ ਜਾਂਦਾ ਹੈ। ਕਿਉਂਕਿ ਜਦੋਂ ਚੇਤਨ ਸੱਤਾ ਨੂੰ ਖਿੱਚ ਲੈਂਦਾ ਸਰੀਰ ਮ੍ਰਿਤਕ ਹੋ ਜਾਂਦਾ ਹੈ। ਆਪੋ ਆਪਣੇ ਢੰਗ ਨਾਲ ਕੋਈ ਜਲ ਪ੍ਰਵਾਹ, ਕੋਈ ਦਫਨਾ ਦਿੰਦਾ, ਕੋਈ ਸੰਸਕਾਰ ਵਗੈਰਾ ਕਰ ਦਿੰਦਾ, ਕੋਈ ਜੰਗਲ ਵਿੱਚ ਪੰਛੀਆਂ ਵਾਸਤੇ ਰੱਖ ਦਿੰਦੇ ਆ। ਜੁਦੇ ਜੁਦੇ ਤਰੀਕੇ ਇਹ ਦੇਹ ਨੂੰ ਸਾਂਭਣ ਦੇ ਬਣਾਏ ਹੋਏ ਆ। ਕਈ ਲਵਾਰਸ ਆ, ਉਹ ਇਸ ਤਰ੍ਹਾਂ ਰੁਲਦੇ ਰਲਦੇ ਰਹਿੰਦੇ ਆ। ਮਰਿਆ ਕਹਿੰਦੇ ਕੀ ਹੈ? ਪਵਨੇ ਮਹਿ ਪਵਨ ਸਮਾਇਆ। ਜਿਹੜੀ ਵਾਯੂ ਪਵਨ ਉਹ ਪੌਣ ਦੇ ਵਿੱਚ ਸਮਾ ਜਾਂਦੀ ਹੈ। ਜੋਤੀ ਮਹਿ ਜੋਤ ਰਾਲ ਜਾਇਆ। ਜਿਹੜੀ ਜੋਤ ਆਤਮਾ ਉਹ ਪਰਮਾਤਮਾ 'ਚ ਰਲ ਜਾਂਦੀ ਹੈ। ਕਿਉਂਕਿ ਪ੍ਰਕਾਸ਼ 'ਚ ਰਲੇਗਾ ਨਾ ਹਰ ਚੀਜ਼, ਉਹ ਆਪਣੇ ਤੱਤ ਵਿੱਚ ਰਲਦੀ ਹੈ। ਅਤੇ ਜਿਹੜੀ ਜੋਤ ਸੀ ਉਹ ਜੋਤੀ ਰੂਪ ਪਰਮਾਤਮਾ ਵਿੱਚ ਰਲ ਜਾਂਦੀ ਹੈ। ਮਾਟੀ ਮਾਟੀ ਹੋਈ ਏਕ। ਜਿਹੜਾ ਮਿੱਟੀ ਦੀ ਅੰਸ਼ ਹੈ ਸਰੀਰ ਵਿੱਚ, ਉਹ ਮਿੱਟੀ ਤੇ ਮਿੱਟੀ ਰਲ ਕੇ ਇੱਕੋ ਹੀ ਹੋ ਜਾਂਦੀ ਹੈ। ਜੇ ਸੰਸਕਾਰ ਕਰਦੇ ਹਾਂ ਉਹ ਰਾਖ ਰਾਖ ਵਿੱਚ ਮਿਲ ਗਈ। ਦਫਨਾਉਂਦੇ ਹਾਂ ਉਹ ਹੱਡੀਆਂ ਵੀ ਮਿੱਟੀ ਹੋ ਕੇ ਮਿੱਟੀ ਵਿੱਚ ਰਲ ਜਾਂਦੀਆਂ। ਚਮੜੀ ਨੂੰ ਕੀੜੇ ਕੂੜੇ ਖਾ ਜਾਂਦੇ ਆ। ਇਸ ਵਾਸਤੇ ਉਹ ਜਿਹੜੀ ਮਿੱਟੀ ਸੀ ਉਹ ਮਿੱਟੀ ਦੇ ਅੰਦਰ ਰਲ ਜਾਂਦੀ ਹੈ। ਰੋਵਨ ਹਾਰੇ ਕੀ ਕਵਨ ਟੇਕ। ਉਹ ਜਿਹੜਾ ਰੋਵਣਹਾਰਾ, ਰੋਣ ਵਾਲਾ ਜੀਵ ਆ, ਉਹਦੀ ਕਵਣ ਟੇਕ, ਉਹ ਕਿਹੜੇ ਟੇਕ ਕਿਹੜੇ ਭਰੋਸੇ 'ਤੇ ਰੋ ਰਿਹਾ। ਕਿਉਂਕਿ ਵਾਸਤੇ ਵਿੱਚ ਮਰਨ ਵਾਲੀ ਤਾਂ ਕੋਈ ਚੀਜ਼ ਹੈ ਨਹੀਂ। ਹਵਾ ਹਵਾ ਵਿੱਚ ਰਲ ਗਈ, ਮਿੱਟੀ ਮਿੱਟੀ ਵਿੱਚ ਰਲ ਗਈ, ਜੋਤ ਜੋਤ ਵਿੱਚ ਮਿਲ ਗਈ। ਜਿਹੜਾ ਰੋਣ ਵਾਲਾ ਉਹਦੀ ਟੇਕ, ਉਹ ਕਿਹੜੇ ਭਰੋਸੇ ਕਿਹੜੇ ਆਸਰੇ ਰੋ ਰਿਹਾ। ਜੇ ਵਿਚਾਰ ਕੇ ਦੇਖਿਆ ਜਾਏ ਮਰਿਆ ਤੇ ਕੁਝ ਵੀ ਨਹੀਂ। ਅੱਗੇ ਸਮਝਾਉਂਦੇ ਹਨ ਕੌਣ ਮੂਆ ਰੇ ਕੌਣ ਮੂਆ। ਕੌਣ ਮੁਆ ਰੇ, ਹੇ ਭਾਈ ਕੌਣ ਮਰਿਆ, ਕਿਹਨੂੰ ਰੋ ਰਹੇ ਹਾਂ। ਕਿਉਂਕਿ ਇਹ ਸਰੀਰ ਜਿਹੜਾ ਸੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੀ। ਤੱਤ ਤੱਤਾਂ ਵਿੱਚ ਰਲ ਗਏ ਅਤੇ ਫਿਰ ਮਰਨ ਵਾਲੀ ਤਾਂ ਕੋਈ ਚੀਜ਼ ਹੋਈ ਨਾ। ਜੋਤ ਜੋਤ ਵਿੱਚ ਰਲ ਗਈ, ਤੱਤ ਤੱਤਾਂ ਵਿੱਚ ਮਿਲ ਗਏ। ਕਿਉਂਕਿ ਜਿਹੜਾ ਭੌਤਿਕ ਸਰੀਰ ਆ ਪੰਜਾਂ ਤੱਤਾਂ ਦਾ, ਉਹ ਤਾਂ ਇਸ ਤਰ੍ਹਾਂ ਹੈ।
ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ। ਜਦੋਂ ਇਹ ਸਰੀਰ ਜੜ ਹੋਇਆ ਸੁੱਤਾ ਹੁੰਦਾ ਹੈ, ਸੁਪਨਾ ਆਉਂਦਾ ਹੈ, ਉਹ ਇਹ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਪ੍ਰਾਣ, ਮਨ, ਬੁੱਧ, ਉਹ ਇਹਨਾਂ 17 ਤੱਤਾਂ ਦਾ ਸੂਖਸ਼ਮ ਸਰੀਰ ਹੈ, ਜਿਹੜਾ ਅੱਗੇ ਧਰਮਰਾਜ ਦੇ ਕੋਲ ਲੇਖਾ ਜੋਖਾ ਦੇਣ ਲੈਣ ਵਾਸਤੇ ਜਾਂਦਾ ਹੈ। ਉਹੀ ਫੇਰ ਜਦ ਤੱਕ ਮੁਕਤੀ ਨਹੀਂ ਹੁੰਦੀ, ਪੁਨਰ ਜਨਮ ਧਾਰ ਕੇ ਫੇਰ ਜਿਹੋ ਜਿਹਾ ਕਰਮ ਉਹੋ ਜਿਹੇ ਜੂਨੀ ਵਿੱਚ ਆਉਂਦਾ ਹੈ। ਇੱਕ ਕਾਰਨ ਸਰੀਰ ਹੈ, ਕਿਉਂਕਿ ਜਾਗਰਤ ਵਿੱਚ ਇਹ ਸਥੂਲ ਸਰੀਰ ਜੋ 5 ਤੱਤਾਂ ਦਾ ਬਣਿਆ ਹੋਇਆ ਇਹ ਦਿਖਾਈ ਦੇ ਰਿਹਾ, ਜਿਹਦੇ ਦੁਆਰਾ ਅਸੀਂ ਸਾਰੀ ਕਿਰਿਆ ਕਰਾ ਰਹੇ ਹਾਂ। ਸੁਪਨ ਅਵਸਥਾ ਵਿੱਚ ਇਹ ਸੂਖਸ਼ਮ ਸਰੀਰ ਹੈ। ਜਦੋਂ ਗਾੜੀ ਨੀਂਦ ਵਿੱਚ ਸੌਂਦੇ ਹਾਂ ਉਸ ਵੇਲੇ ਕਾਰਨ ਸਰੀਰ ਹੈ, ਉਸ ਵੇਲੇ ਆਨੰਦਮੈ ਕੋਸ਼ ਹੁੰਦਾ ਹੈ, ਕਿਉਂਕਿ ਅੰਨਮੈ ਇਹ ਜਾਗਰਤ, ਅੰਨਮੈ ਕੋਸ਼, ਅੰਨ ਤੋਂ ਇਹਦੀ ਪੈਦਾਇਸ਼ ਹੋਈ ਹੈ। ਪ੍ਰਾਣਮੈ, ਜਿੱਥੇ ਪ੍ਰਾਣਾਂ ਦੀ ਵਿਸ਼ੇਸ਼ਤਾ ਉਹ ਪ੍ਰਾਣਮਈ ਕੋਸ਼ ਹੈ। ਔਰ ਇਸੇ ਤਰ੍ਹਾਂ ਆਨੰਦਮਈ ਕੋਸ਼ ਸੁਸ਼ੁਪਤੀ ਅਵਸਥਾ ਵਿੱਚ ਹੈ। ਇਸੇ ਤਰ੍ਹਾਂ ਕੋਸ਼ ਨਾਮ ਮਿਆਨ ਦਾ ਜਾਂ ਖਜ਼ਾਨੇ ਦਾ ਵੀ ਹੁੰਦਾ, ਜਿਨ੍ਹਾਂ ਪੜਦਿਆਂ ਦੇ ਅੰਦਰ ਇਹ ਆਤਮਾ ਲੁਪਤ ਹੋਈ ਹੋਈ ਹੈ। ਜਦੋਂ ਅਸੀਂ ਅਭਿਆਸ ਕਰਦੇ ਹਾਂ ਗੁਰ ਸ਼ਬਦ ਦਾ ਦਸੀ ਵਿਧੀ ਮੁਤਾਬਕ, ਹੌਲੀ ਹੌਲੀ ਉਹ ਅਗਿਆਨਤਾ ਦੇ ਪੜਦੇ ਜਿਹੜੀਆਂ ਪਰਤਾਂ ਪਈਆਂ ਉਹ ਦੂਰ ਹੁੰਦੀਆਂ ਜਾਂਦੀਆਂ ਹਨ। ਫਿਰ ਸਾਡੀ ਆਤਮਾ ਸਾਖਿਆਤ ਪ੍ਰਤੱਖ ਹੋ ਜਾਂਦੀ ਹੈ। ਉਹਨੂੰ ਪਰਮਾਤਮਾ ਦਾ ਦਰਸ਼ਨ ਕਹਿ ਲਓ, ਆਤਮਾ ਦਾ ਦਰਸ਼ਨ ਕਹਿ ਲਓ। ਜੋਤੀਮਈ ਅਹਿਮ ਪੁਰਸ਼ਾ, ਉਹ ਜੋਤ ਸਰੂਪ ਹੈ। ਜੋਤ ਸਾਰਿਆਂ ਦੇ ਅੰਦਰ ਲਟ ਲਟ ਬਲ ਰਹੀ ਹੈ। ਇਹ ਮਨੋਮੈ, ਪ੍ਰਾਣਮੈ, ਵਿਗਿਆਨਮੈ, ਅੰਨਮੈ, ਆਨੰਦਮੈ ਕੋਸ਼ਾਂ ਦੇ 5 ਪੜਦੇ ਹੈ। ਹੌਲੀ ਹੌਲੀ ਆਤਮ ਚਿੰਤਨ ਕਰਦਿਆਂ, ਅਭਿਆਸ ਕਰਦਿਆਂ ਕਰਦਿਆਂ, ਜਿਵੇਂ ਜਿਵੇਂ ਮਨ ਦੀ ਸ਼ੁੱਧੀ ਹੁੰਦੀ ਹੈ, ਬੁੱਧੀ ਪਵਿੱਤਰ ਹੁੰਦੀ ਹੈ, ਪੜਦੇ ਦੂਰ ਹੁੰਦੇ ਹੈ, ਫਿਰ ਸਾਡਾ ਸਵੈੰਗ ਸਰੂਪ ਆਤਮਾ ਇਹ ਸਾਖਿਆਤ ਪ੍ਰਤੱਕਸ਼ ਹੋ ਜਾਂਦਾ ਹੈ। ਇਹਦੇ ਵਾਸਤੇ ਬੜਾ ਅਭਿਆਸ ਕਰਨਾ ਪੈਂਦਾ ਹੈ। ਪਰ ਆਮ ਸੰਸਾਰ ਤੇ ਭੌਤਿਕਵਾਦੀ ਮਾਇਆ ਪਦਾਰਥਾਂ ਦੀ ਦੌੜ ਵਿੱਚ ਹੀ ਲੱਗਿਆਂ ਸਾਰਾ ਜਨਮ ਬਤੀਤ ਹੋ ਜਾਣਾ ਹੈ। ਤੇ ਜਿਹਨੂੰ ਫਿਰ ਕੋਈ ਮਹਾਂਪੁਰਸ਼ਾਂ ਦੀ ਸੰਗਤ ਮਿਲਦੀ ਹੈ, ਤਤਵੇ ਤੇ ਗਿਆਨਵਾਨਾਂ ਦੀ, ਉਹ ਇਹਨੂੰ ਸੁੱਤੇ ਨੂੰ ਜਗਾਉਂਦੇ ਹਨ। ਫਿਰ ਇਸ ਪਾਸੇ ਤੁਰਦਾ ਹੈ। ਇਹਦੇ ਵਾਸਤੇ ਪ੍ਰਾਣਾਯਾਮ, ਧਰਮ ਸ਼ਾਸਤਰਾਂ ਦਾ ਪੜ੍ਹਨਾ, ਸੁਣਨਾ, ਵਿਚਾਰਨਾ ਔਰ ਸਤਸੰਗਤ ਕਰਨੀ, ਇਹ ਲੋੜੀਂਦੀਆਂ ਗੱਲਾਂ ਹਨ। ਪਰ ਕੋਈ ਕਰੋੜਾਂ ਵਿੱਚੋਂ ਨਿਕਲਦਾ ਜਿਹਦੇ ਅੰਦਰ
ਐਸੀ ਉਤਕੰਠਾ ਇੱਛਾ ਪੈਦਾ ਹੁੰਦੀ ਹੈ। ਜਦੋਂ ਫਿਰ ਉਹ ਇਸ ਪਾਸੇ ਤੁਰਦਾ ਹੈ, ਫਿਰ ਨਾਲ ਨਾਲ ਵੀ ਉਹਨੂੰ ਗਾਈਡੈਂਸ ਦੀ ਲੋੜ ਪੈਂਦੀ ਹੈ ਕਿ ਦੱਸੇ ਹੋਏ ਓਕੇਸ਼ਨਾਂ ਤਰੀਕੇ ਜਿਹੜੇ ਉਹਨਾਂ ਨਾਲ ਜਦੋਂ ਚੱਲਦਾ ਹੈ, ਫਿਰ ਆਪਣੀ ਮੰਜ਼ਿਲ 'ਤੇ ਸਹੀ ਢੰਗ ਨਾਲ ਤੁਰਦਾ ਹੋਇਆ ਉਸ ਮੁਕਾਮ 'ਤੇ ਪਹੁੰਚਦਾ ਹੈ ਜਿਸ ਨੂੰ ਦਸਮ ਦੁਆਰਾ ਅਗਮਾ ਪਾਰਾ ਪਰਮ ਪੁਰਖ ਦੀ ਘਾਟੀ ਕਿਹਾ ਹੈ। ਇਸ ਵਾਸਤੇ ਗੁਰੂ ਮਹਾਰਾਜ ਦੱਸ ਰਹੇ ਹੈ ਕਿ ਜਦੋਂ ਇਹ ਪੰਜਾਂ ਕੋਸ਼ਾਂ ਦੇ ਪੜ੍ਹਦੇ ਮਾਇਆ ਅਵਿਦਿਆ ਦਾ ਪ੍ਰਭਾਵ, ਮਾਇਆ ਦੇ 3 ਗੁਣ ਤਮੋ ਗੁਣ, ਰਜੋ ਗੁਣ, ਇਹ ਦੂਰ ਹੋਣਗੇ, ਸਤੋਗੁਣ ਆਏਗਾ। ਫਿਰ ਜਿਹੜੀ ਤੁਰੀਆ ਗਿਆਨ ਅਵਸਥਾ, ਜਿੱਥੇ ਆ ਕੇ ਆਤਮਾ ਔਰ ਪਰਮਾਤਮਾ ਇੱਕ ਹੋ ਜਾਂਦੇ ਹਨ, ਉਸ ਦੀ ਪ੍ਰਾਪਤੀ ਹੁੰਦੀ ਹੈ। ਕੌਣ ਮੂਆ ਰੇ, ਕੌਣ ਮੂਆ। ਉਹ ਜਿਹੜਾ ਗਿਆਨਵਾਨ, ਉਹਦੀ ਇੱਥੇ ਸਥਿਤੀ ਹੁੰਦੀ ਹੈ। ਕੌਣ ਮੁਆਰੇ, ਕੌਣ ਮਰਿਆ ਹੈ, ਕੌਣ ਮਰਿਆ ਹੈ। ਇਹ ਸਾਰਾ ਅਗਿਆਨ ਅਵਸਥਾ ਵਿੱਚ ਰੋਣਾ ਪਿੱਟਣਾ ਹੋ ਰਿਹਾ ਹੈ। ਬ੍ਰਹਮ ਗਿਆਨੀ ਮੇਲ ਕਰਹੁ ਵਿਚਾਰਾ। ਜਿਹੜਾ ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ, ਜੇ ਤੁਸੀਂ ਆਤਮਾ ਨੂੰ ਧਰਵਾਸ ਦੇਣੀ ਚਾਹੁੰਦੇ ਹੋ, ਉਹਦੇ ਨਾਲ ਮਿਲ ਕੇ ਐਸੀ ਵਿਚਾਰ ਕਰੋ ਜਿਹਦਾ ਤੁਹਾਨੂੰ ਇਹ ਸੋਝੀ ਹੋ ਜਾਵੇ। ਇਹੋ ਤਾਉ ਚਲਤ ਭਇਆ। ਇਹ ਤਾਂ ਪਰਮਾਤਮਾ ਦਾ ਇੱਕ ਚਲਤ ਚਰਿੱਤਰ ਕੌਤਕ ਹੋਇਆ ਹੈ। ਦੁਨੀਆ ਵਾਸਤੇ ਬੜਾ ਅਚੰਭਾ ਹੈ, ਉਹਦੇ ਲਈ ਇੱਕ ਕੌਤਕ ਹੈ। ਮਹਾਰਾਜ ਨੂੰ ਕਿਹਾ ਸੀ ਸ਼੍ਰੀ ਅਨੰਦਪੁਰ ਕੈਸਾ ਆਨੰਦ ਬਣਿਆ ਹੋਇਆ ਸੀ, ਕਿੰਨੇ ਘੇਰੇ ਰਹੇ, ਕਿੰਨੇ ਸ਼ਹੀਦ ਹੋ ਗਏ, ਪਰਿਵਾਰ ਵੀ, ਗੁਰਸਿੱਖ ਸੰਗਤਾਂ ਵੀ। ਮਹਾਰਾਜ ਨੇ ਲਕੀਰਾਂ ਖਿੱਚ ਕੇ ਕਾਟਾ ਮਾਰਤਾ ਸੀ ਨਾ। ਕਹਿੰਦੇ ਕੋਈ ਹੈ ਹਰਖ ਸ਼ੋਕ? ਕਹਿੰਦੇ ਨਹੀਂ, ਬਸ ਸਾਡੇ ਵਾਸਤੇ ਤਾਂ ਇਵੇਂ ਹੀ ਹੈ। ਇਹ ਤਾਂ ਇੱਕ ਪਰਮਾਤਮਾ ਦਾ ਚਰਿੱਤਰ ਕੌਤਕ ਹੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਜ। ਅਗਲੀ ਕੇਸ ਖਬਰ ਨਾ ਪਾਈ। ਇਹ ਜੀਵ ਕਿੱਥੋਂ ਆਇਆ ਸੀ, ਇਹਦੇ ਆਸਰੇ ਰਿਹਾ, ਕਿੱਥੋਂ ਉਪਜਿਆ, ਕਹਿ ਰਿਹਾ ਕਹਿ ਮਾਹੇ ਸਮਾਵੈ। ਮਰਨ ਤੋਂ ਬਾਅਦ ਇਹਦੀ ਸਮਾਈ ਕਿੱਥੇ ਹੁੰਦੀ ਹੈ, ਇਹ ਅਗਲੀ ਖਬਰ ਤਾਂ ਪਾਈ ਨਹੀਂ। ਉਹ ਤਾਂ ਅੱਗੇ ਜਨਮ ਧਾਰ ਕੇ ਹੋਰ ਜੂਨਾਂ 'ਚ ਘੁੰਮ ਰਿਹਾ, ਇਹ ਰੋ ਰਹੇ ਹੈ। ਜਾਂ ਉਹਦੀ ਮੜੀ ਬਣਾ ਕੇ ਕੱਚੀ ਲੱਸੀ ਨਾਲ ਨਲਾ ਰਹੇ ਹੈ, ਧੂਫ ਦਿਖਾ ਰਹੇ ਹੈ, ਉੱਥੇ ਕਈ ਤਰ੍ਹਾਂ ਦੀਆਂ ਭੇਟਾਂ ਚੜ੍ਹਾ ਰਹੇ ਹੈ। ਉਹ ਤਾਂ ਅੱਗੇ ਜਨਮ ਧਾਰ ਕੇ ਹੋਰ ਪਾਸੇ ਚਲੇ ਗਿਆ। ਜੇ ਗਿਆਨਵਾਨ ਆ ਤਾਂ ਉਹ ਮੁਕਤ ਹੋ ਗਿਆ। ਅਗਲੀ ਤਾਂ ਕੋਈ ਖਬਰ ਪਾਈ ਨਹੀਂ। ਅਗਿਆਨਤਾ ਦੇ ਵਸ ਕਈ ਕੁਛ ਕਰਦੇ ਹਨ। ਦੁਨੀ ਚੰਦ ਸੀ ਨਾ ਲਾਹੌਰ ਵਿੱਚ, ਉਹਦੇ ਮਕਾਨ ਦੇ ਉੱਤੇ 7 ਝੰਡੇ ਝੂਲ ਰਹੇ ਸੀ। ਇਹ 7 ਖਜ਼ਾਨਿਆਂ ਦਾ ਮਾਲਕ ਵੱਡਾ ਅਮੀਰ ਸਰਾਧ ਕਰਾ ਰਿਹਾ ਸੀ। ਆ ਪਿੱਛੇ 9 ਨਰਾਤੇ 10ਵਾਂ ਸਰਾਧ ਵਗੈਰਾ ਹੁੰਦਾ ਨਾ, ਦਿਨ ਲੰਘਿਆ। ਉਹ
ਕਹਿਣ ਲੱਗਾ ਜੀ ਮੈਂ ਪਿਤਾ ਦਾ ਸਰਾਧ ਕਰਾ ਰਿਹਾ ਹਾਂ। ਮਹਾਰਾਜ ਕੁਦਰਤੀ ਗਏ ਹੋਏ ਸੀ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡਾ ਨਿਉਂਦਾ ਪ੍ਰਵਾਨ ਕਰੋ, ਕਿਰਪਾ ਕਰੋ। ਮਹਾਰਾਜ ਕਹਿੰਦੇ ਨਿਉਂਦਾ ਕਾਹਦਾ? ਕਹਿੰਦੇ ਕੱਲ੍ਹ ਮੇਰੇ ਪਿਓ ਦਾ ਸਰਾਧ ਆ। ਮਹਾਰਾਜ ਕਹਿੰਦੇ ਤੇਰਾ ਪਿਓ ਹੈ ਕਿੱਥੇ? ਅਸੀਂ ਪਿੱਤਰ ਲੋਕ ਵਿੱਚ। ਕਹਿੰਦੇ ਤੇਰੇ ਕੋਲ ਕੀ ਗਰੰਟੀ? ਕਹਿੰਦੇ ਪੰਡੇ ਦੱਸਦੇ ਆ। ਕਹਿੰਦੇ ਪੰਡਿਆਂ 'ਤੇ ਯਕੀਨ ਕਰ ਲਿਆ, ਤੈਨੂੰ ਆਪ ਦਿਸਿਆ? ਕਹਿੰਦੇ ਜੀ ਮੈਨੂੰ ਤੇ ਨਹੀਂ। ਕਹਿੰਦੇ ਫਿਰ ਇਹ ਤਾਂ ਇਸ ਤਰ੍ਹਾਂ ਹੀ ਨਾ ਕਿ ਉਹ ਇਸ ਬਹਾਨੇ ਨਾਲ ਸ਼ੱਕ ਛਕਾ ਜਾਂਦੇ ਆ, ਭੇਟ ਪੁਜਾਰੀ ਲੈ ਜਾਂਦੇ ਆ। ਮਹਾਰਾਜ ਨੂੰ ਕਹਿੰਦੇ ਕਿਰਪਾ ਕਰੋ। ਕਹਿੰਦੇ ਉਹ ਤਾਂ ਜੰਗਲ 'ਚ ਬਘਿਆੜ ਬਣਿਆ ਹੋਇਆ, ਬੜਾ ਭੁੱਖਾ ਹੈ। ਮਹਾਰਾਜ ਦੱਸੇ ਮੁਤਾਬਕ ਗਿਆ ਤੇ ਵਾਕਿਆ ਹੀ ਮਹਾਰਾਜ ਨੇ ਕਿਰਪਾ ਕੀਤੀ, ਬੋਲਣ ਦੀ ਸ਼ਕਤੀ ਦਿੱਤੀ। ਕਹਿੰਦੇ ਬਘਿਆੜ ਕਿਵੇਂ ਬਣੇ? ਕਹਿੰਦੇ ਮੈਨੂੰ ਮਾਸ ਖਾਣ ਦਾ ਬੜਾ ਭੁੱਸ ਹੁੰਦਾ ਸੀ। ਗੁਆਂਢੀਆਂ ਦੇ ਮੱਛੀ ਭੁੱਜਦੀ ਸੀ, ਬਿਮਾਰ ਸੀ, ਫੁਰਨਾ ਹੋ ਗਿਆ। ਰਾਜੀ ਹੁੰਦੇ ਜਾਂ ਬਣਾ ਕੇ ਜਾਂ ਮੰਗਵਾ ਕੇ ਖਾਂਦੇ, ਉਸ ਫੁਰਨੇ 'ਚ ਮਰ ਗਿਆ। ਇਹ ਜੂਨ ਮਿਲੀ ਹੈ। ਹੁਣ ਮਹਾਰਾਜ ਨੂੰ ਬੇਨਤੀ ਕਰ ਰਿਹਾ ਕਿਰਪਾ ਕਰੋ। ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਉਸ ਜੂਨੀ ਤੋਂ ਛੁਟਕਾਰਾ ਮਹਾਰਾਜ ਨੇ ਦਵਾਇਆ। ਪਸ਼ੂ ਪ੍ਰੇਤੋਂ ਦੇਵ ਕਰੇ, ਪੂਰੇ ਸਤਿਗੁਰ ਕੀ ਵਡਿਆਈ। ਸੋ ਇਸ ਵਾਸਤੇ ਇਨਸਾਨ ਬਹੁਤ ਕੁਝ ਕਰ ਰਿਹਾ ਹੈ। ਮਹਾਰਾਜ ਕਹਿੰਦੇ ਅਗਲੀ ਕਿਛ ਖਬਰ ਨਾ ਪਾਈ। ਅਗਲੀ ਤਾਂ ਖਬਰ ਨਹੀਂ ਕਿ ਉਹ ਜੀਵ ਆਤਮਾ ਆਪਣੇ ਕਰਮਾਂ ਮੁਤਾਬਕ ਕਿੱਧਰ ਨੂੰ ਗਮਨ ਕਰ ਗਈ ਹੈ। ਇਹ ਬਸ ਜਿਵੇਂ ਸੰਸਾਰ ਦੇ ਲੋਕ ਕਰਦੇ ਆ ਉਵੇਂ ਕਰ ਕਰਾ ਰਿਹਾ ਹੈ। ਰੋਵਨਹਾਰ ਭੇ ਊਠ ਸਿਧਾਈ। ਜਿਹੜਾ ਮਰ ਗਿਆ ਉਹ ਤਾਂ ਚਲੇ ਗਿਆ। ਜਿਹੜਾ ਰੋਣ ਵਾਲਾ ਹੈ, ਅਬਰ ਮੂਏ ਕਿਆ ਸੋਖ ਕਰੀਜੈ, ਤੋ ਕੀਜੈ ਜੋ ਆਪਨ ਜੀਜੈ। ਜਿੰਦੇ ਤੇ ਆਪ ਵੀ ਨਹੀਂ ਰਹਿਣਾ, ਜਾਣਾ ਹੀ ਪੈਣਾ। ਕਿਸ ਦੀ ਗਰੰਟੀ ਹੈ ਕਿ ਸਦਾ ਕੋਈ ਰਹੇਗਾ? ਇਹ ਤਾਂ ਕੋਈ ਐਸਾ ਨਹੀਂ ਕਰ ਸਕਦਾ। ਜਿਹੜਾ ਰੋਣ ਵਾਲਾ ਹੈ, ਇੱਕ ਦਿਨ ਉਹ ਵੀ ਉੱਠ ਕੇ ਚਲੇ ਜਾਏਗਾ। ਪਰਮ ਮੋਹ ਕੇ ਬੰਧੇ ਬੰਧ। ਭਰਮ ਔਰ ਮੋਹ ਦੇ ਬੰਨ ਨੂੰ ਜੀਵ ਨੇ ਬੰਨੇ ਹੋਏ ਹੈ। ਇਹ ਮੇਰਾ ਫਲਾਣਾ ਰਿਸ਼ਤੇਦਾਰ ਸੀ, ਮੇਰੇ ਇਹਦੇ ਨਾਲ ਇਹ ਸੰਬੰਧ ਸਨ। ਇਹ ਭਰਮ ਵਿੱਚ, ਮੋਹ ਦੇ ਵਿੱਚ ਇੱਕ ਰਾਜਾ ਬ੍ਰਿਹਦਰਥ ਹੋਇਆ, ਬੜੀਆਂ ਸ਼ਾਦੀਆਂ ਕਰਾਈਆਂ, ਬੱਚਾ ਨਾ ਹੋਇਆ। ਨਾਰਦ ਨੂੰ ਬੇਨਤੀ ਕੀਤੀ, ਮਹਾਰਾਜ ਮੁਨੀ ਜੀ ਅਰਦਾਸ ਕਰੋ ਰਾਜਗੱਦੀ ਦਾ ਵਾਰਸ ਮਿਲ ਜਾਏ। ਉਹ ਕਹਿੰਦੇ ਭਾਈ ਇਹ ਤਾਂ ਸਾਰਾ ਮਾਲਕ ਦੇ ਹੱਥ ਵਿੱਚ ਹੀ ਆ ਨਾ। ਬਹੁਤ ਲੇਲੜੀਆਂ ਕੱਢੀਆਂ, ਅਰਦਾਸ ਕੀਤੀ, ਬੱਚਾ ਹੋਇਆ। ਜਿਹੜੀ ਰਾਣੀ ਦੇ ਬੱਚਾ ਹੋਇਆ ਉਹਦਾ ਬੜਾ ਸਤਿਕਾਰ। ਦੂਜੀਆਂ ਕੁਝ ਨਿਊਨ ਭਾਵ ਵਿੱਚ ਦੇਖਣ ਲੱਗ ਪਏ। ਉਹਨੇ ਕਿਹਾ ਵੀ ਸਾਡੀ ਤਾਂ ਪੁੱਛਦੇ ਸੀ ਘਟ ਗਈ, ਚੰਗਾ ਬੱਚਾ ਹੋਇਆ। ਉਹ ਮਨ 'ਚ ਬੜੀ ਜੈਲਸੀ ਹੁੰਦੀ, ਈਰਖਾ ਹੁੰਦੀ ਹੈ ਕਿ ਬੱਚਾ ਚੰਗਾ ਆਇਆ, ਸਾਡਾ ਤਾਂ ਸਤਿਕਾਰ ਹੀ ਘਟ ਗਿਆ ਹੈ। ਉਹਨੇ ਇਕੱਠੀਆਂ ਹੋ ਕੇ ਉਹਨੂੰ
ਜ਼ਹਿਰ ਦੇ ਕੇ ਮਾਰ ਦਿੱਤਾ। ਅੱਗੇ ਪੁੱਤ ਨਾ ਹੋਣ ਦਾ ਦੁੱਖ ਸੀ, ਜਿਹੜਾ ਹੋ ਕੇ ਮਰ ਗਿਆ, ਹੁਣ ਡਬਲ ਦੁੱਖ ਹੋ ਗਿਆ, ਦੋਹਰਾ ਦੁੱਖ ਹੋ ਗਿਆ। ਰਾਜਾ ਉਹ ਜਿਹੜੀ ਰਾਣੀ ਨੂੰ ਹੋਇਆ ਜ਼ਿਆਦਾ ਰੁਦਨ, ਉਹ ਉਹਨਾਂ ਨੂੰ ਵੀ ਜ਼ਿਆਦਾ, ਉਹ ਫਫੜੇ ਜ਼ਿਆਦਾ ਕਰਦੀਆਂ, ਝੂਠਾ ਬੰਦਾ ਜ਼ਿਆਦਾ ਕਰਦਾ ਹੁੰਦਾ ਨਾ। ਨਾਰਦ ਜੀ ਨੂੰ ਬੁਲਾਇਆ ਕਿ ਮਹਾਰਾਜ ਮੁਨੀ ਜੀ, ਤੁਸੀਂ ਅਰਦਾਸ ਕੀਤੀ, ਮਹਾਰਾਜ ਨੇ ਪ੍ਰਵਾਨ ਕੀਤੀ, ਇਹਦੀ ਉਮਰ ਨਹੀਂ ਲਿਖਾਈ। ਉਹ ਕਹਿੰਦੇ ਵੀ ਤਾਂ ਹੁਣ ਕਰਤੇ ਦੇ ਵੱਸ ਆ, ਬਹੁਤ ਰੋ ਰਿਹਾ। ਕਹਿੰਦੇ ਲਓ ਅੱਧੇ ਘੰਟੇ ਲਈ ਜਿੰਦਾ ਕਰ ਦਿੰਦੇ ਹਾਂ, ਗੱਲਬਾਤ ਕਰ ਲਓ। ਜਦੋਂ ਜਿੰਦਾ ਕੀਤਾ, ਉਹ ਰਾਣੀਆਂ ਕਹਿੰਦੀਆਂ ਬੇਪੁੱਤਰ ਤੂੰ ਜਵਾਨੀ ਨਾ ਮਾਣੀ, ਪਹਿਲਾਂ ਹੀ ਚਲੇ ਗਿਆ, ਸ਼ਾਬ ਨਾ ਪੂਰੇ ਹੋਏ। ਉਹ ਕਹਿੰਦਾ ਤੁਸੀਂ ਮੇਰੀਆਂ ਮਾਵਾਂ ਕਾਦੀਆਂ, ਤੁਸੀਂ ਪਿਛਲੇ ਜਨਮ ਕੀੜੀਆਂ ਸੀ, ਮੈਂ ਇੱਕ ਚਰਵਾਹਾ ਸੀ, ਤੁਹਾਡੀ ਖੁੱਡ ਵਿੱਚ ਗਰਮ ਪਾਣੀ ਪਾ ਕੇ ਮਾਰ ਦਿੱਤਾ, ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰਤਾ, ਤੁਸੀਂ ਕਾਦੀਆਂ ਮੇਰੀਆਂ ਮਾਤਾਵਾਂ ਹੈਗੀਆਂ। ਪਿਓ ਕਹਿੰਦਾ ਮੈਂ, ਕਹਿੰਦੇ ਇੱਕ ਜਨਮ ਮੈਂ ਰਾਜਾ ਸੀ, ਸਾਡਾ ਪਰਸਪਰ ਯੁੱਧ ਹੋਇਆ, ਮੈਂ ਹਾਰ ਗਿਆ, ਤੂੰ ਜੇਲ੍ਹ ਵਿੱਚ ਸੁੱਟ ਦਿੱਤਾ, ਬੇੜੀਆਂ ਕੜੀਆਂ ਲਾ ਕੇ, ਅੱਠੀਂ ਪੈਰੀਂ ਛੋਲਿਆਂ ਦੀ ਰੋਟੀ, ਅੱਧਾ ਲੂਣ ਅੱਧਾ ਆਟਾ, ਇੱਕ ਪਿਆਲਾ ਪਾਣੀ ਦਾ ਦਿੰਦਾ ਸੀ, ਭੁੱਖ ਲੱਗਦੀ ਖਾਂਦਾ ਸੀ, ਆਂਦਰਾਂ ਨੂੰ ਚੀਰ ਪੈਂਦਾ ਸੀ, ਲੂਣ ਵਧੇਰੇ ਹੁੰਦਾ ਸੀ। ਮੈਂ ਕਿਹਾ ਹੁਣ ਤਾਂ ਪੇਸ਼ ਜਾਂਦੀ ਨਹੀਂ, ਜਿਵੇਂ ਮੇਰਾ ਕਾਲਜਾ ਵੱਢ ਹੋ ਰਿਹਾ, ਪੁੱਤ ਬਣ ਕੇ ਤੇਰਾ ਕਾਲਜਾ ਵੱਢੂੰਗਾ। ਮੈਂ ਪੁੱਤ ਕਦੋਂ ਦਾ? ਬਸ ਇਹ ਸੰਸਾਰ ਨੇ ਭਰਮ ਵਿੱਚ ਨਾਤੇਦਾਰੀ ਜੋੜੀ ਹੋਈ ਹੈ, ਇਸ ਕਰਕੇ ਭਰਮ ਔਰ ਮੋਹ ਦੇ ਬੰਧਨਾਂ ਵਿੱਚ ਇਹ ਜੀਵ ਬੱਝਾ ਹੋਇਆ ਹੈ। ਭਰਮ ਮੋਹ ਕੇ ਬੰਧੇ ਬੰਧ, ਇਹ ਭਰਮ ਔਰ ਮੋਹ ਦੇ ਅਧੀਨ ਹੋਇਆ। ਇਹ ਰਿਸ਼ਤੇਦਾਰੀਆਂ ਦੇ ਬੰਨਣ ਜਿਹੜੇ ਹਨ, ਉਹ ਬੰਨ ਰਿਹਾ ਹੈ। ਜਿਹੜਾ ਗਿਆਨਵਾਨ ਆ, ਉਹ ਸਾਰਿਆਂ 'ਚ ਆਪਣਾ ਸਵੈਂਗ ਸਰੂਪ ਆਤਮਾ ਜਾਣ ਕੇ ਤੇ ਕਰਦਾ ਸਾਰਾ ਕੁਛ, ਪਰ ਭੁਲੇਖੇ ਭਰਮ ਵਿੱਚ ਕੁਝ ਨਹੀਂ। ਗਿਆਨਵਾਨ ਅਗਿਆਨੀ ਦਾ ਐਸਾ ਹੀ ਫਰਕ ਹੁੰਦਾ ਹੈ। ਸੁਪਨ ਭਇਆ ਪਖਲਾਏ ਅੰਧ, ਜਿਲੇ ਸੁਪਨਾ ਹੁੰਦਾ, ਜਿਹੜਾ ਅੰਧਾ ਅਗਿਆਨੀ ਜੀਵ ਆ, ਇਹ ਆਪਣੀਆਂ ਕਲਪਨਾ ਜਾਗਰ 'ਚ ਪੂਰੀਆਂ ਨਹੀਂ ਹੁੰਦੀਆਂ। ਸੁਪਨ ਅਵਸਥਾ 'ਚ ਪਖਲਾਏ ਮੈਨੂੰ ਬਹੁਤ ਬੁੜਬੜਾਉਂਦਾ ਹੈ। ਇਹੋ ਤੋ ਰਚਨ ਰਚਿਆ ਕਰਤਾਰ, ਮਹਾਰਾਜ ਕਹਿੰਦੇ ਕਾਹਦੇ ਵਾਸਤੇ ਰੁਦਨ ਕਰਦੇ ਹੋ? ਇਹ ਕਰਤਾਰ ਨੇ ਇੱਕ ਐਸਾ ਹੀ ਰਚਨ ਰਚਾਇਆ ਹੋਇਆ ਹੈ। ਉਹ ਬਣਜਾਰਾ ਸੀ ਨਾ, ਉਹਦੇ ਬੱਚਾ ਜੰਮਿਆ ਸੀ, ਬਹੁਤ ਕੁਝ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ। ਮਰਦਾਨਾ ਜੀ ਕਹਿੰਦੇ ਹੁਕਮ ਹੋਏ ਤੇ ਜਾਇਆ ਮੈਂ। ਮਹਾਰਾਜ ਕਹਿੰਦੇ ਨਹੀਂ, ਇਹਨਾਂ ਦਾ ਕੋਈ ਪਦਾਰਥ ਗ੍ਰਹਿਣ ਨਹੀਂ ਕਰਨਾ, ਤੂੰ ਆਨੰਦ ਸਰੂਪ ਰਹਿ। ਬਸ ਉੱਧਰ ਹਾਲੇ ਖੁਸ਼ੀਆਂ ਹੁੰਦੀਆਂ ਸੀ ਕਿ ਬੱਚਾ ਮਰ ਗਿਆ। ਮਹਾਰਾਜ ਕਹਿੰਦੇ ਮਰਦਾਨਿਆਂ, ਹੁਣ ਖੁਸ਼ੀਆਂ ਸੀ, ਹੁਣ ਰੋਣਾ ਪਿੱਟਣਾ ਹੋ ਗਿਆ। ਉੱਥੇ ਸ਼ਬਦ ਉਚਾਰੇ ਨਾ, ਬਣਜਾਰਿਆ ਮਿੱਤਰਾ ਦੇ ਸਿਰਲੇਖ ਥੱਲੇ। ਇਸ ਵਾਸਤੇ ਕਹਿੰਦੇ ਉਹ ਖੁਸ਼ੀ ਖਿਣ ਵਿੱਚ ਗਮੀ ਵਿੱਚ ਪਲਟ ਜਾਂਦੀ ਹੈ। ਇਸ ਵਾਸਤੇ ਹੁਣ ਤੂੰ ਖੁਸ਼ੀ 'ਚ ਤੂੰ ਵੀ ਉਹਨਾਂ ਨਾਲ ਖੁਸ਼ੀ ਕਰੇਂਗਾ, ਫਿਰ ਗਮੀ ਆ ਜਾਏਗੀ। ਉਹ ਕਹਿਣਗੇ ਸੰਤ ਜੀ ਤੂੰ ਵੀ ਲੰਗਰ ਛਕਿਆ ਸੀ, ਤੂੰ ਵੀ ਸਾਡਾ ਕੁਛ ਨਾ ਸਵਾਰਿਆ। ਆਪਾਂ ਨੂੰ ਉਹਦੀ ਰਜ਼ਾ ਭਾਣੇ ਵਿੱਚ ਰਹਿਣਾ ਹੀ ਮਰਦਾਨਾ ਜੀ ਬਣਦਾ ਹੈ।
ਇਸ ਵਾਸਤੇ ਇਹ ਜੀਵ ਜਾਗਰਤ ਵਿੱਚ ਛੇਕ ਚਲੀ ਵਾਂਗੂ ਬਹੁਤ ਤਰ੍ਹਾਂ ਦੇ ਹਵਾਈ ਕਿਲੇ ਬਣਾਉਂਦਾ ਹੈ। ਆਸਾਂ ਪੂਰੀਆਂ ਨਹੀਂ ਹੁੰਦੀਆਂ, ਫਿਰ ਸੁਪਨਿਆਂ ਵਿੱਚ ਵੀ ਬੜਬੜਾਉਂਦਾ ਹੈ। ਸੁਪਨਿਆਂ ਵਿੱਚ ਵੀ ਇਹਨੂੰ ਸ਼ਾਂਤੀ ਵਾਲੀ ਨੀਂਦ ਨਹੀਂ ਆਉਂਦੀ। ਜਾਗਰਤ ਅਵਸਥਾ ਵੀ ਅਸ਼ਾਂਤ, ਸੁਪਨੇ ਵਿੱਚ ਵੀ ਅਸ਼ਾਂਤ। ਜਦੋਂ ਆਇਆ ਸੀ ਰੋਂਦਾ ਸੀ, ਜੇ ਰਿਹਾ ਉਦੋਂ ਵੀ ਰੋਂਦਾ ਹੀ ਰਿਹਾ, ਜਿਲੇ ਮਰ ਕੇ ਜਾਂਦਾ ਉਦੋਂ ਵੀ ਰੋਂਦਾ ਹੀ ਚਲੇ ਜਾਂਦਾ। ਇਹ ਤਾਂ ਕੋਈ ਗਿਆਨਵਾਨ ਆ ਨਾ, ਕਿ ਜਿਹੜਾ ਖੁਸ਼ੀਆਂ ਲੈ ਕੇ ਆਇਆ, ਖੁਸ਼ੀਆਂ ਵੰਡੀਆਂ, ਖੁਸ਼ੀਆਂ ਦੇ ਕੇ ਚਲੇ ਜਾਂਦਾ ਹੈ। ਬਾਕੀ ਸੰਸਾਰ ਦੀ ਐਸੀ ਹੀ ਦਸ਼ਾ ਬਾਣੀ ਦੇ ਕਰਤੇ ਨੇ ਕਥਨ ਕੀਤੀ ਹੈ। ਆਵਤ ਜਾਵਤ ਹੁਕਮ ਅਪਾਰ। ਅਪਾਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਕਰਤੇ ਪੁਰਖ ਦਾ, ਉਹਦੇ ਹੁਕਮ ਵਿੱਚ ਇਹ ਜੀਵ ਆਉਂਦਾ ਹੈ, ਰਹਿੰਦਾ ਹੈ, ਚਲੇ ਜਾਂਦਾ, ਤੁਰ ਜਾਂਦਾ ਹੈ। ਨਾਹ ਕੋ ਮੂਆ ਨਾ ਮਰਨ ਜੋਗ। ਕੌਣ ਮਰਿਆ? ਤੱਤ ਤੱਤਾਂ ਵਿੱਚ ਸਮਾ ਗਿਆ, ਜੀਵ ਆਤਮਾ ਪ੍ਰਮਾਤਮਾ 'ਚ ਮਿਲ ਗਈ। ਨਾ ਕੋਈ ਮਰਿਆ, ਨਾ ਕੋਈ ਮਰਨੇ ਯੋਗ ਹੀ ਹੈ। ਨਾਹ ਬਿਨਸੈ ਅਬਿਨਾਸੀ ਹੋਗ। ਉਹ ਨਹੀਂ ਮਰਦਾ, ਉਹ ਤਾਂ ਅਵਿਨਾਸੀ, ਨਾਸ ਤੋਂ ਰਹਿਤ ਹੈ। ਕਹਿੰਦੇ ਕਿ ਬਾਬਾ ਰਾਮ ਸਿੰਘ ਬੇਦੀ, ਬਾਬਾ ਦੀਪ ਸਮੂਹ ਤਲੀ 'ਤੇ ਸੀਸ ਲੈ ਕੇ ਲੜੇ ਸਨ। ਉਹਨਾਂ ਦੇ ਧਰਮ ਪਤਨੀ ਬਹੁਤ ਰੋਇਆ ਕਰੇ, ਮਾਤਾ ਨੇ ਤਾਂ ਰੋਣਾ ਹੀ ਸੀ। ਇੱਕ ਦਿਨ ਉਹਨਾਂ ਨੇ ਦਰਸ਼ਨ ਦਿੱਤੇ, ਚਿਰੰਜੀਵ ਲੋਕ ਆ, ਕਹਿੰਦੇ ਅਸੀਂ ਤਾਂ ਅਜ਼ਰ ਅਮਰ ਹਾਂ। ਕਹਿੰਦੇ ਦਰਸ਼ਨ, ਕਹਿੰਦੇ ਸਾਡਾ ਪਲੰਘ ਢਾ ਦੇਣਾ, ਧੂਪ ਬੱਤੀ ਕਰਨੀ, ਜਲ ਪਾਣੀ, ਲੰਗਰ ਪਾਣੀ, ਅਰਦਾਸ ਕਰਨੀ, ਤੇ 12 ਵਜੇ ਰਾਤ ਦੇ ਦਰਸ਼ਨ ਹੋਇਆ ਕਰੇਗਾ। ਪਰ ਇਹ ਗੱਲ ਦੱਸਣੀ ਨਹੀਂ ਕਿਸੇ ਨੂੰ। ਹੁਣ ਰੋਜ਼ਾਨਾ ਹੀ ਉਹ ਸੇਵਾ ਕਰਦੀ ਹੈ, ਦਰਸ਼ਨ ਹੁੰਦੇ ਆ। ਤੇ ਜਦੋਂ ਦੇਖਿਆ ਵੀ ਮੇਰੇ ਪਤੀ ਦੇਵਤਾ ਜਿੰਦੇ ਆ, ਉਹਨੂੰ ਫਿਰ ਚੰਗਾ ਖਾਣਾ ਪੀਣਾ, ਵਸਤਰ ਵੀ ਚੰਗੇ ਪਹਿਨਣੇ। ਉਹਦੀ ਜਿਹੜੀ ਸੱਸ, ਉਹ ਕਹੇ ਮੇਰਾ ਨੌਜਵਾਨ ਪੁੱਤਰ ਮਰ ਗਿਆ, ਇਹ ਚੰਗਾ ਖਾਂਦੀ ਹਟਾਉਂਦੀ ਹੈ। ਉਹਦੇ ਮਨ 'ਚ ਉਹਦੇ ਪ੍ਰਤੀ ਕੋਈ ਗਲਤ ਭਾਵਨਾ ਪੈਦਾ ਹੋ ਗਈ, ਔਰ ਐਸਾ ਦੂਸ਼ਣ ਲਾਇਆ, ਕਹਿ ਵੀ ਦਿੱਤਾ, ਐਸੀ ਗੱਲ ਕਹੀ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਸੀ। ਕਹਿਣ ਲੱਗੇ ਮਾਤਾ ਜੀ, ਤੁਹਾਡੇ ਪੁੱਤਰ ਸਰਜੀਤ ਹਨ। ਉਹ ਕਹਿੰਦੇ ਉਹ ਤਾਂ ਸ਼ਹੀਦ ਹੋ ਗਏ, ਹੱਥੀਂ ਸੰਸਕਾਰ ਕੀਤਾ, ਕਿਰਿਆ ਕੀਤੀ ਸਾਰੀ। ਸਰਜੀਤ ਕਿਵੇਂ ਆ? ਜਿਲੇ ਨਾ ਹਟੀ, ਕਹਿਣ ਲੱਗੇ ਕਿ ਅਸੀਂ ਇਸ਼ਨਾਨ ਕਰ ਲੈਣਾ, ਵਸਤਰ ਸਾਫ਼ ਪਾਉਣੇ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ, 12 ਵਜੇ ਤੁਹਾਨੂੰ ਦਰਸ਼ਨ ਕਰਾ ਦੂੰਗੀ। ਦਰਸ਼ਨ ਕਰਾ ਦਿੱਤੇ, ਘੋੜੇ 'ਤੇ ਆਏ, ਜਾਂਦੇ ਕਹਿ ਗਏ ਤੂੰ ਬਚਨ ਹਾਰ ਗਈ ਹੈ, ਹੁਣ ਦਰਸ਼ਨ ਨਹੀਂ ਹੋਏਗਾ। ਫਿਰ ਉਹ ਬੀਬੀ ਨੇ ਬਹੁਤ ਸਾਦੇ ਜਿਹੇ ਵਸਤਰ ਪਹਿਨ ਲਿਆ। ਕਹਿੰਦੇ ਕੀ ਗੱਲ? ਕਹਿੰਦੇ ਅੱਗੇ ਰੰਡੀ ਨਹੀਂ ਸੀ ਹੋਈ, ਹੁਣ ਤੈਂ ਕਰ ਦਿੱਤਾ। ਸੱਸ ਨੂੰ ਕਹਿੰਦੀ ਹੁਣ ਤੈਂ ਰੰਡੀ ਕਰ ਦਿੱਤਾ। ਇਸ ਤਰ੍ਹਾਂ ਜਿਹੜੀ ਜੀਵ ਆਤਮਾ ਉਹ ਅਜ਼ਰ ਔਰ ਅਮਰ ਹੈ। ਨ ਕੋ ਮੁਆ ਨ ਮਰਣੇ ਜੋਗ। ਪਾਤਸ਼ਾਹ ਦੱਸਦੇ ਹਨ,
ਨਾਹ ਕੋ ਮੂਆ ਨਾ ਮਰਨ ਜੋਗ। ਕਿਉਂਕਿ ਆਤਮਾ ਤਾਂ ਮਰਦੀ ਨਹੀਂ ਨਾ ਜਾਏ ਤੇ ਮੇਰੇ ਤੇ ਵਾ ਕਦਾਚ ਨਾ ਐਮ ਭੂਤਵਾ ਭਗਤਵਾ ਨ ਬੂਝਾ। ਅਯੋ ਨਿਤਹਾ ਸ਼ਾਸ਼ਵਤੋ ਨ ਹਨੁਮੰਤੇ ਹਨੁਮਾਨੇ ਸ਼ਰੀਰੇ। ਸਰੀਰ ਦੇ ਨਾਸ ਹੋਣ ਨਾਲ ਆਤਮਾ ਦਾ ਨਾਸ ਨਹੀਂ ਹੁੰਦਾ ਹੈ। ਨਾਹ ਬਿਨਸੈ ਅਬਿਨਾਸੀ ਹੋਗ। ਉਹ ਬਿਨਸੈ ਨਾਸ ਨਹੀਂ ਹੁੰਦੀ, ਸੋ ਉਹ ਸਦਾ ਅਵਿਨਾਸ਼ੀ ਹੈ, ਅਜ਼ਰ ਔਰ ਅਮਰ, ਸਦਾ ਰਹਿਣ ਵਾਲੀ ਹੈ। ਜੋ ਇਹੋ ਜਾਣਹੁ ਸੋ ਇਹੋ ਨਾਹੇ। ਜੋ ਇਹ ਜਾਣਦਾ ਉਹ ਆਤਮਾ ਐਸੀ ਨਹੀਂ, ਉਹ ਤਾਂ ਅਵਿਨਾਸ਼ੀ ਨਾਸ ਤੋਂ ਰਹਿਤ ਹੈ। ਜਾਣਨ ਹਾਰੇ ਕਉ ਬਲ ਜਾਓ। ਪਰ ਸਾਰਾ ਸੰਸਾਰ ਅਗਿਆਨੀ ਇਹ ਗੱਲ ਨਹੀਂ ਸਮਝਦਾ, ਜਿਹੜਾ ਇਸ ਗੱਲ ਨੂੰ ਜਾਣਨ ਵਾਲਾ ਕਿ ਆਤਮਾ ਸਤਚਿਤ ਆਨੰਦ ਸਰੂਪ ਸਾਖੀ ਚੇਤਨ ਪਰਮਾਤਮਾ ਦਾ ਰੂਪ, ਐਸਾ ਗਿਆਨਵਾਨ ਜੋ ਇਸ ਗੱਲ ਨੂੰ ਜਾਣਨ ਵਾਲਾ ਹੈ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ। ਪਾਤਸ਼ਾਹ ਦੀ ਬਾਣੀ ਦੁਆਰਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਜਿਨ੍ਹਾਂ ਦਾ ਇਹ ਭਰਮ ਪੰਜ ਪ੍ਰਕਾਰ ਦਾ ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ ਬ੍ਰਹਮ ਇਤਰ ਜਗ ਸਤ ਹੈ ਪੰਜੋ ਭਰਮ ਸੰਸਾਰ। ਇਹ ਪੰਜ ਪ੍ਰਕਾਰ ਦੇ ਭਰਮ ਜਿਵੇਂ ਹਨੇਰੇ ਰੱਸੀ ਪਈ ਹੈ, ਭਰਮ ਕਰਕੇ ਸੱਪ ਭਾਸਦੀ ਹੈ। ਜਦੋਂ ਪ੍ਰਕਾਸ਼ ਨਾ ਦੇਖੀਏ, ਅਸਲੀਅਤ ਦਾ ਗਿਆਨ ਹੁੰਦਾ, ਕਹਿੰਦੇ ਤਾਂ ਰੱਸੀ ਸੀ ਐਵੇਂ ਡਰਦੇ ਰਹੇ। ਇਹ ਭਰਮ ਬਿਰਤੀ ਹੈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਜਦੋਂ ਭਰਮ ਚੁਕਾਤਾ, ਦੂਰ ਕਰ ਦਿੱਤਾ ਕਿ ਆਤਮਾ ਜਿਹੜੀ ਪਰਮਾਤਮਾ ਚੇਤਨ ਦਾ ਸਰੂਪ ਹੈ। ਕਹੋ ਨਾਨਕ ਗੁਰ ਭਰਮ ਚੁਕਾਇਆ। ਸਤਿਗੁਰੂ ਜੀ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਇਹ ਜਿਹੜਾ ਅਗਿਆਨਤਾ ਕਰਕੇ ਭਰਮ ਸੀ ਨਾ, ਇਹ ਸਾਰਾ ਦੂਰ ਕਰ ਦਿੱਤਾ ਹੈ। ਨਾ ਕੋਈ ਮਰੈ ਨਾ ਆਵੇ ਜਾਇਆ। ਨਾ ਕੋਈ ਮਰਦਾ ਹੈ, ਨਾ ਕੋਈ ਆਉਂਦਾ ਜਾਂਦਾ ਹੈ। ਪੀਰ ਬੁੱਧੂ ਸ਼ਾਹ ਦੇ ਘਰੋਂ ਮਾਤਾ ਨਸੀਰਾਂ ਬੇਗਮ ਸੀ ਨਾ, ਕਹਿੰਦੇ ਕਾਫਰਾਂ ਦੇ ਪੀਰ ਮਗਰ ਲਾ ਕੇ ਕੀ ਖਟਿਆ, ਚੇਲੇ ਵੀ ਮਰਾ ਲੈ, ਪੁੱਤ ਵੀ ਮਰਾ ਲੈ। ਕਹਿੰਦੇ ਇਹ ਗੱਲ ਨਾ ਕਹਿ, ਅਸਲੀ ਮੋਮਨ ਬਣਾਉਣ ਵਾਲੇ ਤੇ ਉਹ ਹੀ ਹੈ। ਪਰ ਉਹਦੀ ਬੁੱਧੀ ਤੇ ਪੜਦਾ ਸੀ। ਸਾਈਂ ਸਾਹਿਬ ਨੇ ਅਰਦਾਸ ਕੀਤੀ, ਮਹਾਰਾਜ ਜਿਵੇਂ ਮੇਰੇ ਤੇ ਮਿਹਰ ਕੀਤੀ ਹੈ, ਇਹਦੇ ਤੇ ਵੀ ਕਰ ਦਿਓ। ਉਹ ਪੂਰਨ ਫਕੀਰ ਸੀ ਨਾ, ਜਦੋਂ ਭਗਾਣੀ ਸਾਹਿਬ ਦੇ ਯੁੱਧ ਵਿੱਚ ਪਠਾਨ ਰਖਾਏ, ਲੂਣ ਹਰਾਮੀ ਹੋ ਗਏ, ਫਿਰ ਸਾਈਂ ਸਾਹਿਬ ਆਪਣੇ ਪੁੱਤਰ ਮਰੀਦਾਂ ਨੂੰ ਲੈ ਕੇ ਧਰਮ ਯੁੱਧ ਵਿੱਚ ਸ਼ਾਮਿਲ ਹੋਏ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਹਾਰਾਜ ਨੇ ਪ੍ਰਸੰਨਤਾ ਕਰਦਿਆਂ ਆਪਣੀ ਦਸਤਾਰ, ਉਸ ਵੇਲੇ ਕੇਸ ਵਾਰ ਰਹੇ ਸੀ, ਕੰਘੇ 'ਚ ਜਿਹੜੇ ਕੇਸ ਉਹ ਕੰਘੇ ਸਮੇਤ ਬਖਸ਼ੇ। ਤੇ ਸਾਈਂ ਸਾਹਿਬ ਨੇ ਇਹ ਦਾਤਾਂ ਨੂੰ ਸੰਭਾਲ ਕੇ ਰੱਖਿਆ। ਤੇ ਅੱਜ ਅਸੀਂ ਕਿੱਧਰ ਚਲੇ ਗਏ ਹਾਂ? ਅਸੀਂ ਤਾਂ ਸਾਰਾ ਕੁਛ ਆਪਣਾ ਗਾਉਂਦੇ ਤੁਰੇ ਜਾ ਰਹੇ ਹਾਂ। ਮਹਾਰਾਜ ਦੇ ਕੇਸ ਭਾਈ ਨੰਦ ਲਾਲ ਜੀ ਨੇ ਦੀਨ ਦੁਨੀਆ ਦਰ ਕਮੰਦੇ ਆਪ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਜਾਰੇ ਮਾਂ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸੁਨਹਿਰੀ ਔਰ ਘੁੰਘਰਾਲੇ ਕੇਸਾਂ ਵਿੱਚੋਂ ਮੈਨੂੰ ਇੱਕ ਮਿਲ ਜਾਏ
ਤਿੰਨਾਂ ਲੋਕਾਂ ਦੀ ਬਾਦਸ਼ਾਹ ਨੂੰ ਠੁੱਡ ਮਾਰ ਕੇ ਠੁਕਰਾ ਦਿਆਂ ਅੱਜ ਅਸੀਂ ਧੜਾ ਧੜ ਕੇਸਾਂ ਦੀ ਬੇਅਦਬੀ ਕਰਕੇ ਜੋ ਰੱਬ ਨੇ ਬਣਾਇਆ ਉਹ ਸੂਰਤ ਸਾਨੂੰ ਪ੍ਰਵਾਨ ਨੇ, ਨਕਲੀਏ ਬਣ ਕੇ ਇੱਕ ਦੂਜੇ ਦੀ ਨਕਲ ਕਰਕੇ ਇਹਨਾਂ ਐਕਟ ਰਕਸਾਂ ਦੀਆਂ ਰੀਸਾਂ ਕਰਦੇ ਹਾਂ। ਆਪਣੇ ਘਰ 'ਚੋਂ ਸਿੱਖੀ ਕਿਵੇਂ ਹੂੰਝ ਕੇ ਬਾਹਰ ਸੁੱਟ ਰਹੇ ਹਾਂ। ਇਹ ਨਸ਼ਿਆਂ ਵਿਸ਼ਿਆਂ ਨੇ, ਕਰੈਤਾਂ ਨੇ ਸਾਰੇ ਸੰਸਾਰ ਦੀ ਕੈਸੀ ਦੁਰਗਤੀ ਦੁਰਦਸ਼ਾ ਕੀਤੀ ਹੋਈ ਹੈ। ਪਰ ਸਾਈਂ ਸਾਹਿਬ ਨੇ ਉਹ ਕੰਗਾ ਤੇ ਮਹਾਰਾਜ ਦੇ ਕੇਸ, ਕਿਉਂਕਿ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ, ਕੁੱਤਾ ਸ਼ੈਤਾਨ ਕਿਹਾ। ਸਾਬਤ ਸੂਰਤ ਦੇ ਸਤਾਰ ਸਿਰਾਂ, ਇਸ ਵਾਸਤੇ ਸਾਈਂ ਸਾਹਿਬ ਤੇ ਕਿਰਪਾ ਹੋਈ, ਪੀਰ ਜੀ ਤੇ ਬੀਬੀ ਵਾਸਤੇ ਵੀ ਅਰਦਾਸ ਕੀਤੀ, ਪੂਰੇ ਸੀ ਅਰਦਾਸ ਪ੍ਰਵਾਨ ਹੋ ਗਈ। ਸਢੌਰਾ ਇਹਦਾ ਪਹਿਲਾਂ ਨਾਂ ਸੀ ਸਾਧ ਬਾੜਾ, ਸਿੱਧਾ ਸਧੌਰੇ ਤੋਂ ਸਢੌਰਾ ਬਣ ਗਿਆ। ਮਹਾਰਾਜ ਨੇ ਆ ਦਿਖਾਈ ਦਿੱਤੀ, ਘੋੜੇ ਤੇ ਅਸਵਾਰ ਹਨ ਚਾਰੇ ਸਾਹਿਬਜ਼ਾਦੇ ਪੰਜ ਪਿਆਰੇ, ਪੀਰ ਜੀ ਦੇ ਸਾਹਿਬਜ਼ਾਦੇ ਸ਼ਹੀਦੀ ਮਰੀਦੀ ਫੌਜਾਂ। ਦਰਸ਼ਨ ਕੀਤੇ, ਪੁੱਛਦੀ ਪੁੱਤਰਾਂ ਨੂੰ, ਤੁਸੀਂ ਤਾਂ ਭਗਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਸੀ। ਕਹਿੰਦੇ ਮਾਤਾ ਜੀ ਸਾਨੂੰ ਫਰਸ਼ ਤੋਂ ਅਰਸ਼ਾਂ ਦੀ ਬਾਦਸ਼ਾਹੀ ਮਿਲ ਗਈ ਹੈ, ਅਸੀਂ ਸਦਾ ਵਾਸਤੇ ਅਮਰ ਹੋ ਗਏ ਹਾਂ। ਤੇਰਾ ਭੁਲੇਖਾ ਦੂਰ ਕਰਨ ਵਾਸਤੇ ਮਹਾਰਾਜ ਨੇ ਕੌਤਕ ਵਰਤਾਇਆ ਹੈ। ਅੱਗੇ ਦਾ ਕਲਮਾ ਪੜ੍ਹਦੀ ਸੀ, ਹੁਣ ਗੁਰੂ ਨਾਨਕ ਸਾਹਿਬ ਦਾ ਕਲਮਾ ਪੜ੍ਹ ਰਹੀ ਹੈ। ਮੂਲ ਮੰਤਰ ਗੁਰਮੰਤਰ ਜਪਦੀ ਹੈ, ਝਾੜੂ ਫੇਰਦੀ ਹੈ, ਅੱਖਾਂ 'ਚ ਅਥਰੂ ਗਲ ਭਰਿਆ ਹੋਇਆ। ਪੀਰ ਸਾਹਿਬ ਆਏ, ਅੱਜ ਬੜੀ ਖੁਸ਼ ਹੈ। ਕਹਿੰਦੇ ਮੈਂ ਤਾਂ ਕਿਹਾ ਸੀ ਮੇਰੇ ਪੁੱਤਰ ਸ਼ਹੀਦ ਹੋ ਗਏ, ਉਹ ਤਾਂ ਅਮਰ ਹੋ ਗਏ। ਕਹਿੰਦੇ ਹੁਣ ਦੱਸ ਉਹ ਕਾਫਰਾਂ ਦੇ ਗੁਰੂ ਆ ਕਿ ਮੁਮਨਾਂ ਦੇ? ਭੁਲੇਖਾ ਕੱਢ ਦਿੱਤਾ ਨਾ, ਭਰਮ ਦੂਰ ਹੋ ਗਿਆ। ਇਸ ਵਾਸਤੇ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ, ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਉਸ ਦੀ ਪੁਸ਼ਟੀ ਕਰਦੇ ਹੋਏ ਬਚਨ ਕਰਦੇ ਹਨ। ਜੋ ਇਹੋ ਜਾਣਹੁ ਸੋ ਇਹੋ ਨਾਹੇ। ਅਗਿਆਨ ਅਵਸਥਾ 'ਚ ਜੋ ਇਹ ਜਾਣਦਾ, ਜਦੋਂ ਗਿਆਨ ਅਵਸਥਾ ਹੁੰਦੀ ਫਿਰ ਉਹ ਅਗਿਆਨਤਾ ਵਾਲੀ ਗੱਲ ਨਹੀਂ ਰਹਿੰਦੀ ਹੈ। ਜਾਣਨ ਹਾਰੇ ਕਉ ਬਲ ਜਾਓ। ਜਿਹੜਾ ਆਤਮਾ ਪਰਮਾਤਮਾ ਨੂੰ ਜਾਣਨ ਵਾਲਾ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਕਹੋ ਨਾਨਕ ਗੁਰ ਭਰਮ ਚੁਕਾਇਆ। ਪਾਤਸ਼ਾਹ ਦੇ ਸਿਧਾਂਤ ਨੂੰ ਕਹਿੰਦੇ ਹੋਏ ਪੰਜਵੇਂ ਸਤਿਗੁਰੂ ਜੀ ਕਹਿੰਦੇ ਇੱਕ ਦੁਨੀਆ ਬੜੀ ਭਰਮਾਂ ਵਿੱਚ ਭੁੱਲੀ ਫਿਰਦੀ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਭਰਮ ਅੰਮ੍ਰਿਤ ਰੂਪੀ ਬਾਣੀ ਦੁਆਰਾ ਨਿਵਰਤ ਕਰ ਦਿੱਤਾ ਹੈ। ਨਾ ਕੋਈ ਮਰੈ ਨਾ ਆਵੇ ਜਾਇਆ। ਨਾ ਕੋਈ ਮਰਦਾ ਹੈ, ਨਾ ਕੋਈ ਆਉਂਦਾ ਜਾਂਦਾ। ਇਹ ਪਰਮਾਤਮਾ ਦਾ ਇੱਕ ਖੇਲ ਹੈ। ਆਵਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ। ਆਪ ਨਿਰਲੇਪ ਰਹਿੰਦਾ, ਇਹ ਉਦਾਹਰਨ ਪਰਨ ਜਾ ਕਾ ਨੇਤਰ ਫੋਰ, ਇੱਕ ਖੇਲ ਬਣਾਇਆ ਹੋਇਆ ਹੈ। ਇਹ ਸਤਸੰਗੀਓ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਉਪਦੇਸ਼ ਸ਼ਰਵਣ ਕਰਨ ਦਾ ਸੁਭਾਗ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਬੇਰ ਸਾਹਿਬ ਜੀ ਵਿਖੇ ਆਪ ਜੀ ਨੂੰ ਮਹਾਰਾਜ ਦੇ ਚਰਨਾਂ ਵਿੱਚ ਸੱਜ ਕੇ ਪ੍ਰਾਪਤ ਹੋਇਆ ਹੈ। ਅਗਰ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਾਂਗੇ, ਗੁਰਸਿੱਖੀ ਸਿਧਾਂਤਾਂ ਨੂੰ ਨਿਤਨੇਮੀ ਪ੍ਰੇਮੀ ਬਣ ਕੇ ਧਾਰਾਂਗੇ, ਇਹ ਹਰਕ ਸ਼ੋਕ ਦੁਵੰਦਾਵਾਦ ਤੋਂ ਰਹਿਤ ਹੋ ਕੇ
ਸਾਡੀ ਆਤਮਾ ਚੇਤਨਾ ਪਰਮਾਤਮਾ 'ਚ ਮਿਲ ਕੇ ਉਸ ਆਨੰਦ ਸਰੂਪ ਵਿੱਚ ਆਨੰਦ ਮਾਣੇਗੀ। ਪਰ ਜਿਹਨਾਂ ਬਚਨਾਂ ਨੂੰ ਗ੍ਰਹਿਣ ਕਰੋਗੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਭਾਈ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ। ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ ਔਰ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਅੱਜ ਇਹ ਮਹੀਨਾ ਸਮਝੋ ਪੂਰਾ ਹੋ ਗਿਆ, ਅਗਲਾ ਮਹੀਨਾ ਆਰੰਭ ਹੋ ਜਾਣਾ। ਤੇ 17, 18, 19 ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਪੁਰਬ, ਜੋ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵੇਖੇ ਵੀ ਇਸ ਸਥਾਨ 'ਤੇ ਵੀ ਵਿਸ਼ੇਸ਼ ਰੂਪ ਵਿੱਚ ਸਾਰੇ ਸੰਸਾਰ ਵਿੱਚ ਇਹ ਮਨਾਇਆ ਜਾਂਦਾ ਹੈ। ਆਪਾਂ ਇੱਥੇ ਹਾਜ਼ਰੀਆਂ ਭਰਨੀਆਂ, ਪ੍ਰਬੰਧਕਾਂ ਨੂੰ ਹਰ ਪੱਖੋਂ ਸਹਿਯੋਗ ਦੇ ਕੇ ਸਤਿਗੁਰੂ ਜੀ ਦਾ ਪਾਵਨ ਗੁਰਪੁਰਬ ਮਨਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।